मैं पढ़ांगी आप सब दी लूका दी जील ओदा पहला अध्याय 5 आयत तो यहूदिया दे राजा हेरोदेस दे दिही अबिया दे वारी ਵਾਲਿਆਂ ਵਿੱਚੋਂ ਯਕਰੀਆ ਕਰਕੇ ਇੱਕ ਜਾਜਕ ਸੀ ਅਤੇ ਉਹਦੀ ਪਤਨੀ ਹਾਰੂਨ ਦੀਆਂ ਧੀਆਂ ਵਿੱਚੋਂ ਸੀ ਅਤੇ ਉਹਦਾ ਨਾਮ ਇਲਿਸਬਤ ਉਹ ਦੋਵੇਂ ਪਰਮੇਸ਼ਰ ਦੇ ਅੱਗੇ ਧਰਮੀ ਸਨ ਔਰ ਪ੍ਰਭੂ ਦੇ ਸਾਰੇ ਹੁਕਮਾਂ ਤੇ ਵਿਧਾਂ ਦੇ ਨਿਰਦੋਖ ਚੱਲਦੇ ਸਨ ਉਹਨਾਂ ਦੇ ਔਲਾਦ ਨਾ ਸੀ ਕਿਉਂਕਿ ਇਲਿਸਬਤ ਬਾਂਝ ਸੀ ਔਰ ਦੋਵੇਂ ਵੱਡੀ ਉਮਰ ਦੇ ਸਨ ਅਤੇ ਇਉਂ ਹੋਇਆ ਕਿ ਜਦੋਂ ਪਰਮੇਸ਼ਰ ਦੀ ਦਰਗਾਹ ਆਪਣੀ ਵਾਰੀ ਸਿਰ ਜਾਜਕ ਦਾ ਕੰਮ ਕਰਦਾ ਸੀ ਤਾਂ ਜਾਜਕਾਈ ਦੇ ਦਸਤੂਰ ਦੇ ਅਨੁਸਾਰ ਗੁਨਾਹ ਉਹਦੇ ਨਾਂ ਦਾ ਨਿਕਲਿਆ ਪਈ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਪ ਦਿਖਾਏ ਅਤੇ ਧੂਪ ਦਿਖਾਉਣ ਵੇਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ ਤਦ ਉਹਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਵੇਦੀ ਦੇ ਸੱਜੇ ਪਾਸੇ ਖਲੋਤਾ ਦਿਸਿਆ ਅਤੇ ਜ਼ਕਰੀਆ ਵੇਖ ਕੇ ਘਬਰਾਇਆ ਔਰ ਉਹਨੂੰ ਡਰ ਲੱਗਾ ਪਰ ਦੂਤ ਨੇ ਉਹਨੂੰ ਆਖਿਆ हे ਜ਼ਕਰੀਆ ਨਾ ਡਰ ਕਿਉਂ ਜੋ ਤੇਰੀ ਬੇਨਤੀ सुनी गई और तेरी पत्नी इलिसबत तेरे लिए एक पुत्र जनेगी अते तू ओदा नाम यूहन्ना रखी हालेलुया अते तेनु खुशी अते आनंद होएगा और बथेरे ओदे जम्मण तो खुश होणगे क्योंकि वो प्रभु दे सम्मुख खड़ा होएगा ते ना मत पिएगा ते ना अपनी माता दी कुखों ही वो पवित्र आत्मा नाल भर जाएगा हालेलुया अते इज़राइल दी औलाद विचों बहुते उन्हां दे परमेश्वर प्रभु दी वल मोड़ेगा ਉਸ ਦੇ ਅੱਗੇ ਏਲੀਆ ਦੇ ਆਤਮਾ ਔਰ ਬਾਲ ਨਾਲ ਚੱਲੇਗਾ ਜੋ ਬੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਤੇ ਬੇਮੁਖਾਂ ਨੂੰ ਧਰਮੀਆਂ ਦੀ ਵੱਲ ਬੁੱਧ ਦੀ ਵੱਲ ਮੋੜੇ ਪਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ ਤਾਂ ਯਕਰੀਆ ਨੇ ਦੂਤ ਨੂੰ ਆਖਿਆ ਮੈਂ ਕੀ ਕਰ ਮੰਨਾਂ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਹਾਲੇਲੂਇਆ चलो पंजाबी लोग ऐसे करते हैं लेकिन कोई गल नहीं हाँ तो here we see that there was a couple called Zechariah and Elizabeth. ਤੇ ਅਸੀਂ ਇੱਥੇ ਵੇਖਿਆ ਕਿ ਇੱਕ ਜੋੜਾ ਆ ਇੱਕ ਦਾ ਨਾਮ ਹੈ ਜ਼ਕਰੀਆ ਤੇ ਇੱਕ ਦਾ ਨਾਮ ਹੈ ਐਲੀਸ਼ਾ Both of them the Bible says were righteous. ਤੇ ਬਾਈਬਲ ਸਾਨੂੰ ਦੱਸਦੀ ਕਿ ਉਹ ਦੋਨੋਂ ਧਰਮੀ ਜਨ ਸੀ in the sight of God. ਪਰਮੇਸ਼ਰ ਦੀ ਨਜ਼ਰ ਦੇ ਵਿੱਚ And they were observing all the Lord's commands and decrees blamelessly. ਤੇ ਉਹ ਪਰਮੇਸ਼ਰ ਦੇ ਸਾਰੇ ਹੁਕਮਾਂ ਨੂੰ ਬਿਨਾਂ ਕਿਸੇ ਮਤਲਬ ਕਿ ਦੋਸ਼ ਦੇ ਉਹ ਉਹਨਾਂ ਦੀ ਪਾਲਣਾ ਕਰ ਰਹੇ ਸੀ And now you might say, oh, is that a big thing? ਤੁਸੀਂ ਕਹਿ ਸਕਦੇ ਕਿ ਇਹ ਤਾਂ ਬਹੁਤ ਵੱਡੀ ਗੱਲ ਹੈ Yes, it is a big thing because we'll find out why. ਹਾਂ ਇਹ ਬਿਲਕੁਲ ਬਹੁਤ ਵੱਡੀ ਗੱਲ ਹੈ ਤੇ ਹੁਣ ਅਸੀਂ ਦੇਖਾਂਗੇ ਕਿਉਂ It says in verse 7, but they were childless. ਤੇ 7ਵੀਂ ਆਇਤ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਕੋਈ ਬੱਚਾ ਨਹੀਂ ਸੀ Because Elizabeth was not able to conceive and they were both very old. ਕਿਉਂਕਿ ਐਲੀਸ਼ਬਤ ਜਿਹੜੀ ਸੀ ਉਹ ਬੱਚਾ ਪੈਦਾ ਕਰਨ ਦੀ ਹਾਲਤ ਨਹੀਂ ਸੀ ਤੇ ਉਹ ਦੋਨੋਂ ਬੁੱਢੇ ਹੋ ਗਏ ਸੀ Hallelujah. ਹਾਲੇਲੂਇਆ So we see here a Jewish couple ਤੇ ਇੱਥੇ ਅਸੀਂ ਇੱਕ ਯਹੂਦੀ ਜੋੜੇ ਨੂੰ ਦੇਖਿਆ who has no children. ਜਿਨ੍ਹਾਂ ਦਾ ਕੋਈ ਬੱਚਾ ਨਹੀਂ ਹੈ And in the Jewish culture, ਤੇ ਯਹੂਦੀ ਜਿਹੜਾ ਸਮਾਜ ਹੈ ਉਹਦੇ ਵਿੱਚ if you don't have children, ਜੇ ਤੁਹਾਡਾ ਕੋਈ ਔਲਾਦ ਨਾ ਹੋਵੇ it's a big shame. ਤੇ ਇਹ ਬਹੁਤ ਸ਼ਰਮ ਵਾਲੀ ਗੱਲ ਹੈ For all the years that they were serving the Lord in a righteous way, ਉਹ ਬਹੁਤ ਸਾਲਾਂ ਤੋਂ ਇੱਕ ਮਤਲਬ ਕਿ ਚੰਗੇ ਤਰੀਕੇ ਨਾਲ ਪਰਮੇਸ਼ਰ ਦੀ ਸੇਵਾ ਕਰ ਰਹੇ ਸੀ they must have had people say to them, ਹੋ ਸਕਦਾ ਹੈ ਕਿ ਲੋਕ ਉਹਨਾਂ ਨੂੰ ਕਹਿੰਦੇ ਹੋਣ oh, you are serving the Lord. ਉਹ ਤੁਸੀਂ ਪਰਮੇਸ਼ਰ ਨੂੰ ਮੰਨਦੇ ਹੋ You're trying to live righteously with God. ਤੁਸੀਂ ਪਰਮੇਸ਼ਰ ਦੇ ਸਾਹਮਣੇ ਧਰਮੀ ਬਣਦੇ ਹੋ Look at you, you have no children. ਆਪਣੇ ਆਪ ਵੱਲ ਦੇਖੋ ਤੁਹਾਡੀ ਕੋਈ ਔਲਾਦ ਨਹੀਂ You have no blessing of God. ਤੁਹਾਡੇ ਉੱਤੇ ਪਰਮੇਸ਼ਰ ਦੀ ਕੋਈ ਆਸ਼ੀਸ਼ ਨਹੀਂ This could have been the case with them. This could have been the situation with them. उनकी हालात हो सकता है ऐसी बनी हुई थी. ਅਸੀਂ ਸੋਚ ਸਕਦੇ ਕਿ ਉਹਨਾਂ ਦੇ ਹਾਲਾਤ ਐਦਾਂ ਦੇ ਹੋਣਗੇ Because this culture is very strong. ਕਿਉਂਕਿ ਉਹਨਾਂ ਦਾ ਜਿਹੜਾ ਸਮਾਜ ਸੀ ਉਹ ਬਹੁਤ ਸਖਤ ਸੀ My mother-in-law used to work for Jewish people. ਜਿਹੜੀ ਮੇਰੀ ਜਿਹੜੀ ਸੱਸ ਹੈ ਮੇਰੀ ਪਤਨੀ ਦੀ ਜਿਹੜੀ ਮਾਂ ਆ ਉਹ ਯਹੂਦੀ ਪਰਿਵਾਰ 'ਚ ਕੰਮ ਕਰਦੀ ਸੀ And the Jewish people, ਤੇ ਜਿਹੜੇ ਯਹੂਦੀ ਲੋਕ ਹੁੰਦੇ ਨੇ they were asking my mother-in-law ਤੇ ਉਹ ਮੇਰੀ ਸੱਸ ਨੂੰ ਕਹਿੰਦੇ ਸੀ very often ਹਰ ਵਕਤ when I was newly married, ਜਦੋਂ ਮੇਰਾ ਨਵਾਂ ਵਿਆਹ ਹੋਇਆ oh, ਸੀ when are the children coming? When are the children coming? ਤੁਹਾਡੇ ਬੱਚੇ ਕਦੋਂ ਹੋਣਗੇ ਤੁਹਾਡੇ ਬੱਚੇ ਕਦੋਂ ਹੋਣਗੇ Because they believe that you have to have children, and not just children, many children. ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਤੁਹਾਡੇ ਨਿਆਣੇ ਹੋਣ ਬਹੁਤ ਸਾਰੇ ਨਿਆਣੇ ਹੋਣ And we have a lot of Jewish families that I know of.
who have got 7 children, 10 children, 12 children, and of course there are some Jewish couples who have got 2 or 3. That is also the case, but usually they celebrate having lots of children. ਹੋ ਸਕਦਾ ਹੈ ਕਿ ਯਹੂਦੀ ਪਰਿਵਾਰ ਵਿੱਚ ਬਹੁਤ ਘੱਟ ਹੁੰਦਾ ਹੈ ਕਿ ਉਹਨਾਂ ਦੇ ਇੱਕ ਦੋ ਬੱਚੇ ਹੋਣ, ਪਰ ਮੋਸਟਲੀ ਮਤਲਬ ਜ਼ਿਆਦਾ ਇਹੀ ਦੇਖਿਆ ਗਿਆ ਕਿ ਉਹਨਾਂ ਦੇ ਬਹੁਤ ਬੱਚੇ ਹੁੰਦੇ ਨੇ ਤੇ ਉਸ ਗੱਲ ਨੂੰ ਆਨੰਦ ਕਰਦੇ ਨੇ। So we have a couple who are serving the Lord with all their heart and with all their commitment. ਤੇ ਅਸੀਂ ਇੱਥੇ ਦੇਖਿਆ ਕਿ ਇੱਕ ਜੋੜਾ ਹੈ ਜਿਹੜਾ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਦੀ ਸੇਵਾ ਕਰ ਰਿਹਾ ਹੈ। They don't care about their situation. ਉਹ ਆਪਣੇ ਹਾਲਾਤਾਂ ਦੇ ਬਾਰੇ ਕੋਈ ਵੀ ਉਹਨਾਂ ਨੂੰ ਪਰਵਾਹ ਨਹੀਂ ਆ। Their service to God is unconditional. ਤੇ ਉਹਨਾਂ ਦੀ ਜਿਹੜੀ ਸੇਵਾ ਆ ਉਹ ਮਤਲਬ ਉਹਨਾਂ ਦੇ ਵਿੱਚ ਕੋਈ ਵੀ ਸ਼ਰਤ ਨਹੀਂ ਆ। Yes, they don't have children and they have no children for many years because the Bible says now they are old people. ਹਾਂ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਬਹੁਤ ਸਾਲਾਂ ਤੋਂ, ਕਿਉਂਕਿ ਬਾਈਬਲ 'ਚ ਲਿਖਿਆ ਕਿ ਉਹ ਬੁੱਢੇ ਆ। But that did not stop them in any way to not to serve the Lord. ਪਰ ਉਹਨਾਂ ਨੇ ਕੀ ਕੀਤਾ, ਕਿਸੇ ਵੀ ਤਰੀਕੇ ਨਾਲ ਪਰਮੇਸ਼ਰ ਦੀ ਸੇਵਾ ਕਰਨੀ ਬੰਦ ਨਹੀਂ It ਕੀਤੀ। says here that they were observing all the Lord's commands and decrees blamelessly. ਅਸੀਂ ਇੱਥੇ ਦੇਖਿਆ ਕਿ ਉਹ ਪਰਮੇਸ਼ਰ ਦੇ ਸਾਰੇ ਹੁਕਮਾਂ ਨੂੰ ਬਿਨਾਂ ਦੋਸ਼ ਤੋਂ ਪੂਰਾ ਕਰਦੇ ਸੀ। So many times ਬਹੁਤ ਵਾਰ we come to church ਅਸੀਂ ਚਰਚ ਵਿੱਚ or ਆਉਂਦੇ we ਹਾਂ, want to do things for God ਅਸੀਂ ਪਰਮੇਸ਼ਰ ਲਈ ਕੁਝ ਕਰਨਾ or ਚਾਹੁੰਦੇ we ਹਾਂ, want to serve the Lord. ਅਸੀਂ ਪਰਮੇਸ਼ਰ ਦੀ ਸੇਵਾ ਕਰਨਾ ਚਾਹੁੰਦੇ ਹਾਂ। If God gives us this or that, ਅਸੀਂ ਸ਼ਰਤ ਰੱਖਦੇ ਹਾਂ ਕਿ ਜੇ ਪਰਮੇਸ਼ਰ ਸਾਨੂੰ ਇਹ ਦੇਵੇਗਾ, if God will do this for me, then I will probably go to church. ਜੇ ਪਰਮੇਸ਼ਰ ਮੈਨੂੰ ਇਹ ਦੇਵੇਗਾ ਤਾਂ ਹੀ ਮੈਂ ਚਰਚ ਜਾਵਾਂਗਾ। Many people say to me, ਬਹੁਤ ਸਾਰੇ ਲੋਕ ਮੈਨੂੰ Oh. ਕਹਿੰਦੇ ਨੇ I've been coming to church for a long time. ਮੈਂ ਬਹੁਤ ਸਮੇਂ ਤੋਂ ਚਰਚ ਵਿੱਚ ਆ ਰਿਹਾ ਹਾਂ Kuch nahi ban raha hai. Nothing is really happening. ਤੇ ਮੇਰੀ ਜ਼ਿੰਦਗੀ 'ਚ ਕੁਝ ਨਹੀਂ ਹੋ ਰਿਹਾ। And we have people, even today I was praying for somebody who has got a lot of bad things happening in their life. ਤੇ ਮੈਂ ਹੁਣ ਇੱਥੇ ਪ੍ਰਾਰਥਨਾ ਕਰਾਂਗਾ ਕੁਝ ਐਸੇ ਲੋਕਾਂ ਦੇ ਲਈ ਜਿਨ੍ਹਾਂ ਦੀ ਜ਼ਿੰਦਗੀਆਂ ਵਿੱਚ ਕੁਝ ਗਲਤ ਹੋ ਰਿਹਾ ਹੈ। But the important thing is to keep our eyes on Jesus. ਤੇ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਅੱਖਾਂ ਪਰਮੇਸ਼ਵਰ ਵੱਲ ਲਾਈ Are ਰੱਖੀਏ। we going to love Jesus only if we get a miracle? ਜੇ ਅਸੀਂ ਸਿਰਫ ਯਿਸੂ ਨਾਲ ਪਿਆਰ ਇਸ ਲਈ ਕਰੀਏ ਕਿ ਸਾਡੇ ਜੀਵਨ 'ਚ ਚਮਤਕਾਰ ਕਰੇ, And if we don't get what we need sometimes and what we want, are we still going to love Him and follow Him? ਜੇ ਸਾਡੇ ਜੀਵਨ ਵਿੱਚ ਅਸੀਂ ਜੋ ਚਾਹੁੰਦੇ ਹਾਂ ਨਾ ਹੋਵੇ, ਪਰ ਅਸੀਂ ਪਰਮੇਸ਼ਰ ਨੂੰ ਪਿਆਰ ਕਰੀਏ। We can learn from this couple ਅਸੀਂ ਇਸ ਜੋੜੇ ਤੋਂ ਇਹ ਗੱਲ ਸਿੱਖ ਸਕਦੇ ਹਾਂ। that no matter that they did not have children, ਇਸ ਗੱਲ ਦੇ ਵਿੱਚ ਕੋਈ ਵੀ ਉਹਨਾਂ ਨੂੰ ਦਿੱਕਤ ਨਹੀਂ ਹੈ ਕਿ ਉਹਨਾਂ ਦਾ ਬੱਚਾ ਨਹੀਂ ਆ, which was the big part of the culture, ਜਿਹੜਾ ਉਹਨਾਂ ਦੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। they did not stop them from serving God and taking their attention from Jesus. ਤੇ ਉਹਨਾਂ ਨੇ ਕੀ ਕੀਤਾ, ਪਰਮੇਸ਼ਰ ਦੀ ਸੇਵਾ ਕਰਨੀ ਬਿਲਕੁਲ ਬੰਦ ਨਹੀਂ ਕੀਤੀ। We heard or we sang with the brothers a song today, ਅਸੀਂ ਅੱਜ ਆਪਣੇ ਬ੍ਰਦਰਸ ਤੋਂ ਇੱਕ ਗੀਤ ਸੁਣਿਆ, and the song I think was दुनिया की चीजों को लेके हम मुझे मुझे यीशु के पास जाना। मुझे मुझे यीशु के पास जाने दो, दुनिया वालों ना रोको। हाँ, दुनिया वालों ना रोको, हालेलुया. हालेलुया। Because दुनिया वालों will try to stop us from going close to Jesus and to be with Jesus. ਕਿਉਂਕਿ ਦੁਨੀਆ ਜਿਹੜੀ ਆ ਉਹ ਲੋਕ ਜਿਹੜੇ ਨੇ ਸਾਨੂੰ ਯਿਸੂ ਮਸੀਹ ਦੇ ਕੋਲ ਜਾਣ ਤੋਂ ਰੋਕਦੇ ਨੇ। You will have hundreds of excuses, you will have hundreds of things to tell me, this is the reason, Pastor, I can't come to church. This is the reason I can't come tomorrow to the beach trip. ਤੁਹਾਡੇ ਕੋਲ 100 ਬਹਾਨੇ ਹੋ ਸਕਦੇ ਨੇ, ਤੁਸੀਂ ਕਹਿ ਸਕਦੇ ਹੋ ਕਿ ਮੈਂ ਚਰਚ ਨਹੀਂ ਆਵਾਂਗਾ, ਮੈਂ ਬੀਚ ਟ੍ਰਿਪ ਤੇ ਨਹੀਂ ਜਾਵਾਂਗਾ। And the Punjabis have got a lot of excuses. ਤੇ ਪੰਜਾਬੀਆਂ ਦੇ ਕੋਲ ਸੱਚ ਵਿੱਚ ਬਹੁਤ ਸਾਰੇ ਜਿਹੜੇ ਬਹਾਨੇ ਹੁੰਦੇ ਨੇ। Oh, on a Sunday I'm looking for a job. ਮੈਂ ਐਤਵਾਰ ਨੂੰ ਆਪਣੀ ਇੱਕ ਨੌਕਰੀ ਵੱਲ ਜਾ ਰਿਹਾ ਹਾਂ। You got 6 days in a week. ਤੁਹਾਡੇ ਕੋਲ 6 ਦਿਨ ਹੁੰਦੇ ਨੇ Look for a job during the 6 days and Sunday you come to church. ਤੇ 6 ਦਿਨ ਆਪਣੀ ਨੌਕਰੀ ਵੱਲ ਦੇਖੋ ਤੇ 7ਵੇਂ ਦਿਨ ਐਤਵਾਰ ਨੂੰ ਚਰਚ ਆਓ। But you don't do the 6 days looking out, but on the Sunday you want to go to look for a job. ਪਰ ਤੁਸੀਂ 6 ਦਿਨ ਨਹੀਂ ਉਹ ਕੰਮ ਕਰਦੇ, ਪਰ 7ਵੇਂ ਦਿਨ ਐਤਵਾਰ ਸਾਨੂੰ ਯਾਦ ਆਉਂਦਾ ਹੈ ਕਿ ਅਸੀਂ ਉਹ ਕੰਮ ਕਰਨਾ ਹੈ। And that is not right. ਇਹ ਗੱਲ ਬਿਲਕੁਲ ਚੰਗੀ ਨਹੀਂ। Hallelujah. ਹਾਲੇਲੂਇਆ। Those who are working on Sundays, if you can have the choice not to work on a Sunday, ਤੇ ਜਿਹੜੇ ਐਤਵਾਰ ਕੰਮ ਕਰਦੇ ਨੇ ਉਹਨਾਂ ਦੇ ਕੋਲ ਇੱਕ ਆਪਣੀ ਚੁਆਇਸ ਹੈਗੀ ਆ, ਇੱਛਾ ਹੈਗੀ ਕਿ ਐਤਵਾਰ ਕੰਮ ਨਾ ਕਰਨ, so please don't work on a Sunday. ਤੇ ਉਹ ਕਿਰਪਾ ਕਰਕੇ ਐਤਵਾਰ ਨੂੰ ਕੰਮ ਨਾ ਕਰਨ। You will be blessed for the rest of the 6 days that you are working, and God will also bless you because you are going to keep His command. One day is for yourself to rest in the Lord. Your body needs rest.
ਤੇ ਪਰਮੇਸ਼ਵਰ ਨੇ ਤੁਹਾਨੂੰ 6 ਦਿਨਾਂ ਲਈ ਆਸ਼ੀਸ਼ ਕੀਤਾ ਹੋਇਆ ਹੈ ਕਿ ਤੁਸੀਂ ਕੰਮ ਕਰੋ ਤੇ 7ਵੇਂ ਦਿਨ ਪਰਮੇਸ਼ਵਰ ਦੇ ਵਿੱਚ ਆਰਾਮ ਕਰੋ ਤੇ ਆਪਣੇ ਸਰੀਰ ਨੂੰ ਵੀ ਆਰਾਮ ਦਿਓ। People are under stress. ਜਿਹੜੇ ਲੋਕ ਨੇ ਉਹ ਮਤਲਬ ਕਿ ਦਿਮਾਗੀ ਤੌਰ ਤੇ ਆਪਣੇ They're ਆਪ ਨੂੰ working ਪਰੇਸ਼ਾਨ ਕਰ 7 ਲੈਂਦੇ। days a week. I know some people have no choice, so I'm not trying to be hard on those people. ਮੈਨੂੰ ਪਤਾ ਹੈ ਕਿ मजबूर है, पता है. ਮੈਨੂੰ ਪਤਾ ਹੈ ਕਿ ਕੁਝ ਲੋਕ ਮਜਬੂਰ ਨੇ ਜਿਹੜੇ 7 ਦਿਨ ਹੀ ਲਗਾਤਾਰ ਕੰਮ ਕਰਦੇ ਨੇ। But there are some who choose to work hours and hours and hours of work just to make some money. ਪਰ ਕੁਝ ਐਦਾਂ ਦੇ ਵੀ ਹੈਗੇ ਨੇ ਜਿਹੜੇ ਆਪਣੇ ਇੱਛਾ ਦੇ ਮੁਤਾਬਿਕ ਕੰਮ ਨੂੰ ਕਰਦੇ ਨੇ। If you chase money, ਜੇ ਤੁਸੀਂ ਪੈਸਾ ਕਮਾਓਗੇ, and if you're not going to be chasing God, ਜੇ ਤੁਸੀਂ ਪੈਸੇ ਦੇ ਪਿੱਛੇ ਭੱਜੋਗੇ, and if you're not going to chase God, ਜੇ ਤੁਸੀਂ ਪਰਮੇਸ਼ਵਰ ਦੇ ਪਿੱਛੇ ਨਹੀਂ ਭੱਜੋਗੇ, even though you might earn something at the end of the day, ਹੋ ਸਕਦਾ ਹੈ ਕਿ ਤੁਸੀਂ ਮਤਲਬ ਕਿ ਆਪਣੇ ਦਿਨ ਦੇ ਅੰਤ ਤੱਕ ਕੁਝ ਕਮਾ ਲਵੋ, you will still have something missing in you. ਤੇ ਫਿਰ ਵੀ ਤੁਹਾਡੀ ਲਾਈਫ ਦੇ ਵਿੱਚ ਕੁਝ ਇਦਾਂ ਦਾ ਹਿੱਸਾ ਹੋਊਗਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਕੁਝ ਮਿਸਿੰਗ ਹੈ, ਕੁਝ ਹੈ But ਨਹੀਂ। when you have Jesus filling the hole within you, ਪਰ ਜਦੋਂ ਪਰਮੇਸ਼ਵਰ ਪ੍ਰਭੂ ਯਿਸੂ ਤੁਹਾਡੇ ਅੰਦਰ ਭਰਿਆ ਹੋਵੇਗਾ, even when you have less money, you're going to be joyful. ਤੁਹਾਡੇ ਕੋਲ ਥੋੜਾ ਪੈਸਾ ਵੀ ਹੋਵੇ ਪਰ ਤੁਸੀਂ ਆਨੰਦਿਤ ਹੋਵੋਗੇ। Hallelujah. ਹਾਲੇਲੂਇਆ, Hallelujah. ਹਾਲੇਲੂਇਆ। Now, I don't have any savings, to be really honest with you. ਮੈਂ ਤੁਹਾਨੂੰ ਬਹੁਤ ਇਮਾਨਦਾਰੀ ਨਾਲ ਦੱਸਦਾ ਕਿ ਮੇਰੇ ਕੋਲ ਆਪਣਾ ਕੋਈ ਵੀ ਬਚਾਇਆ ਹੋਇਆ ਪੈਸਾ ਨਹੀਂ ਹੈ। I don't have no savings. ਮੇਰੇ ਕੋਲ ਕੁਝ ਵੀ ਬਚਾਇਆ ਹੋਇਆ ਪੈਸਾ ਨਹੀਂ ਹੈ। It's wise to save. It's nice to save if you can. ਇਹ ਚੰਗੀ ਗੱਲ ਹੈ ਕਿ ਅਸੀਂ ਆਪਣੀ ਕਮਾਈ ਚੋਂ ਕੁਝ ਹਿੱਸਾ ਬਚਾ ਕੇ ਰੱਖੀਏ, But it doesn't matter to me ਇਹ ਮੇਰੇ ਲਈ ਕੋਈ ਮਸਲਾ ਨਹੀਂ ਹੈ, because my savings is Jesus. ਕਿਉਂਕਿ ਮੇਰੀ ਜਿਹੜੀ ਬਚਤ ਹੈ ਉਹ ਯਿਸੂ ਮਸੀਹ ਹੈ। Whatever I need, He provides for me. ਮੈਨੂੰ ਜਦੋਂ ਵੀ ਲੋੜ ਹੁੰਦੀ ਹੈ ਉਹ ਮੈਨੂੰ ਮੁਹੱਈਆ ਕਰਾਉਂਦੇ ਨੇ, He takes care of me and my wife and my children. ਤੇ ਉਹ ਮੇਰੇ ਬੱਚਿਆਂ ਦੀ, ਮੇਰੀ ਘਰਵਾਲੀ ਦੀ ਉਹ ਸੁਰੱਖਿਆ ਕਰਦੇ ਨੇ। Hallelujah. I see God's miracles all the time upon my life. ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਪਰਮੇਸ਼ਰ ਦੀਆਂ ਆਸ਼ੀਸ਼ਾਂ ਦੇਖੀਆਂ ਨੇ। I think you remember maybe as a church that I always share a testimony of our family holiday. ਮੈਂ ਤੁਹਾਨੂੰ ਯਾਦ ਹੋਗਾ ਕਿ ਮੈਂ ਚਰਚ ਦੇ ਵਿੱਚ ਹਮੇਸ਼ਾ ਆਪਣੀ ਜਿਹੜੇ ਪਰਿਵਾਰ ਦੀ ਜਿਹੜੀ ਛੁੱਟੀਆਂ ਦੀ ਗਵਾਹੀ ਦਿੰਦਾ ਆ। We do not have money to travel for holidays. ਸਾਡੇ ਕੋਲ ਪੈਸਾ ਨਹੀਂ ਹੈ ਕਿ ਅਸੀਂ ਛੁੱਟੀਆਂ ਮਨਾਉਣ ਬਾਹਰ ਕਿਤੇ But ਜਾਈਏ, every year we pray. ਪਰ ਹਰ ਸਾਲ ਜਦੋਂ ਅਸੀਂ ਪ੍ਰਾਰਥਨਾ ਕਰਦੇ We ਹਾਂ, pray as a family ਅਸੀਂ ਪੂਰਾ ਪਰਿਵਾਰ ਮਿਲ ਕੇ ਪ੍ਰਾਰਥਨਾ ਕਰਦੇ that ਹਾਂ in the summer ਕਿ ਗਰਮੀਆਂ ਦੇ ਵਿੱਚ that God will help us to go on a holiday. ਤੇ ਪਰਮੇਸ਼ਰ ਸਾਡੀ ਮਦਦ ਕਰੇ ਕਿ ਅਸੀਂ ਛੁੱਟੀਆਂ ਤੇ ਜਾ ਸਕੀਏ। My wife is Hungarian, as you know probably. ਜਿਹੜੀ ਮੇਰੀ ਘਰਵਾਲੀ ਹੈ ਉਹ ਹੰਗਰੀ ਤੋਂ ਆਏ ਨੇ। इसको खाना खिलाओ जाने से पहले please. Hallelujah. खाना खा के जाओ. And it costs a lot to fly out and fly in. ਤੇ ਜਿਹੜਾ ਹੰਗਰੀ ਦਾ ਜਿਹੜਾ ਖਰਚਾ ਹੈ ਉਹ ਆਉਣ ਜਾਣ ਦਾ ਬਹੁਤ ਜ਼ਿਆਦਾ ਹੋ ਜਾਂਦਾ ਹੈ। And when you are there, then you have the expense of living in a place and then the travel within the country and the food, and it just becomes a lot of money. ਤੇ ਜਦੋਂ ਅਸੀਂ ਛੁੱਟੀਆਂ ਤੇ ਜਾਂਦੇ ਆ ਸਾਡਾ ਆਉਣ ਜਾਣ ਦਾ ਖਰਚਾ, ਉੱਥੇ ਦਾ ਖਾਣਾ ਪਾਣੀ, ਉੱਥੇ ਦਾ ਰਹਿਣ ਸਹਿਣ ਦਾ ਬਹੁਤ ਖਰਚਾ ਹੋ ਜਾਂਦਾ ਹੈ। But I tell you how God provides. ਪਰ ਮੈਂ ਤੁਹਾਨੂੰ ਦੱਸਦਾ ਕਿ ਪਰਮੇਸ਼ਰ ਕਿੱਦਾਂ ਸਾਨੂੰ ਮੁਹੱਈਆ ਕਰਾਉਂਦੇ ਨੇ। He does miracles. ਉਹ ਸਾਡੀ ਜ਼ਿੰਦਗੀ 'ਚ ਹਮੇਸ਼ਾ ਚਮਤਕਾਰ ਕਰਦਾ ਹੈ। I don't need to rob a bank to go on a holiday. ਮੈਨੂੰ ਕਿਸੇ ਬੈਂਕ ਨੂੰ ਲੁੱਟਣ ਦੀ ਲੋੜ ਨਹੀਂ ਪੈਂਦੀ, Neither do I need to ask anyone to go on a holiday. ਨਾ ਹੀ ਕਿਸੇ ਨੂੰ ਕਹਿਣ ਦੀ ਲੋੜ ਪੈਂਦੀ ਹੈ। But God takes care. ਜਿਹੜਾ ਪਰਮੇਸ਼ਰ ਹੈ ਉਹ ਸਾਡੀ ਮਦਦ ਕਰਦਾ ਹੈ। Hallelujah. He Hallelujah. provides. ਉਹ ਮੁਹੱਈਆ ਕਰਾਉਂਦਾ ਹੈ। And so, if we put God first in our life, ਤੇ ਇਸ ਲਈ ਜੇ ਅਸੀਂ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ 'ਚ ਪਹਿਲ ਦੇਵਾਂਗੇ, the other things will fall in place. ਤੇ ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਆਪਣੇ ਆਪ ਸਾਡੀ ਜ਼ਿੰਦਗੀ 'ਚ ਹੋ ਜਾਣਗੀਆਂ। Hallelujah. ਹਾਲੇਲੂਇਆ। मेरा आने का इधर वीरवार को मीटिंग है. ओके. हालेलुया. और सिस्टर का नाम भूल के सविता रखते हैं और बजिंदर भी. Praise God. Hallelujah. So we see here a couple, ਤੇ ਅਸੀਂ ਇੱਥੇ ਇੱਕ ਜੋੜੇ ਨੂੰ ਦੇਖਿਆ, old people, ਬੁੱਢਾ ਜਿਹੜਾ ਜੋੜਾ ਸੀ, with all their heart they're serving Jesus, they're serving the Lord. ਉਹ ਆਪਣੇ ਪੂਰੇ ਦਿਲ ਨਾਲ ਪਰਮੇਸ਼ਰ ਦੀ ਸੇਵਾ ਕਰ They are ਰਹੇ in the ਸੀ। temple of God, they are in the church. ਤੇ ਉਹ ਕਿੱਥੇ ਸੀ? ਪਰਮੇਸ਼ਰ ਦੇ ਭਵਨ ਦੇ ਵਿੱਚ। And look what happens ਤੇ ਉੱਥੇ ਵੇਖੋ ਕੀ ਹੋਇਆ। in verse 9. ਅਸੀਂ ਨੌਵੀਂ ਆਇਤ 'ਚ ਦੇਖਦੇ ਹਾਂ, No, in verse 8. 8ਵੀਂ ਆਇਤ ਦੇ ਵਿੱਚ, Once when Zechariah's division was on duty, ਜਦੋਂ ਜ਼ਕਰੀਆ ਜਿਹੜਾ ਸੀ ਉਹ ਆਪਣੀ ਸੇਵਾ ਕਰ ਰਿਹਾ ਸੀ, listen to it, his division was on duty. ਧਿਆਨ ਨਾਲ ਸੁਣੋ, ਉਹ ਆਪਣਾ ਕੰਮ ਕਰ ਰਿਹਾ ਸੀ ਪਰਮੇਸ਼ਰ ਦੇ ਭਵਨ 'ਚ। And what was he doing? ਉਹ ਕੀ ਕਰ ਰਿਹਾ ਸੀ? And he was serving as priest before God. ਤੇ ਉਹ ਪਰਮੇਸ਼ਰ ਦੇ ਅੱਗੇ ਧੂਪ ਦਿਖਾ ਰਿਹਾ ਸੀ।
So he was present, serving God. ਤੇ ਉਹ ਪਰਮੇਸ਼ਰ ਦੀ ਉਪਸਥਿਤੀ ਮੌਜੂਦਗੀ ਦੇ ਵਿੱਚ ਸੀ। He was not doing tantrums. Tantrums पता है ना हरकतें? Tantrums. ਉਹ हाँ। ਕੋਈ ਏਦਾਂ ਇੱਧਰ ਉੱਧਰ ਕੁਝ ਕੰਮ ਨਹੀਂ ਕਰ ਰਿਹਾ ਸੀਗਾ। हाँ ਏਦਾਂ ਦੀ मेरे ਹਰਕਤ ਨਹੀਂ मुझे ਸੀ ਕਰ बच्चा ਰਿਹਾ। नहीं दिया, मैं आज चर्च नहीं आऊंगा, मैं सेवा नहीं करूंगा, बच्चा नहीं है मेरे लिए, बच्चा चाहिए. ਉਹ ਏਦਾਂ ਨਹੀਂ ਸੀ ਕਹਿ ਰਿਹਾ ਕਿ ਮੈਂ ਅੱਜ ਚਰਚ ਨਹੀਂ ਆਉਂਗਾ, ਮੇਰੇ ਕੋਲ ਬੱਚਾ ਨਹੀਂ ਹੈਗਾ ਤੇ He ਮੈਂ didn't ਕੰਮ care ਨਹੀਂ about ਕਰਾਂਗਾ। anything. He was serving God. He was on duty and he was before God. ਉਹਨੂੰ ਇਸ ਗੱਲ ਦੀ ਬਿਲਕੁਲ ਕੋਈ ਪਰਵਾਹ ਨਹੀਂ ਸੀ ਤੇ ਉਹ ਪਰਮੇਸ਼ਰ ਦਾ ਆਪਣਾ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀ। And what happens in verse 9? ਤੇ 9ਵੀਂ ਆਇਤ 'ਚ ਕੀ ਹੋਇਆ? Look, something powerful happens. Something ਉੱਥੇ big ਬਹੁਤ happens. ਉੱਥੇ ਬਹੁਤ ਹੀ ਅਦਭੁਤ ਇੱਕ ਕੰਮ ਹੋਇਆ He was chosen by Lot ਕਿਉਂਕਿ ਉਹ ਪਰਮੇਸ਼ਰ ਵੱਲੋਂ ਚੁਣਿਆ ਗਿਆ ਸੀ। according to the custom of the priesthood. ਉਹਨਾਂ ਦੇ ਜਿਹੜਾ ਉੱਥੇ ਜਿਹੜੇ ਯਾਜਕ ਹੁੰਦੇ ਨੇ ਉਹਨਾਂ ਦੇ ਸਮਾਜ ਦੇ ਅਨੁਸਾਰ To go into the temple of the Lord and burn incense. ਉਹਦੇ ਮੰਦਿਰ ਦੇ ਵਿੱਚ ਜਾਵੇ ਤੇ ਪਰਮੇਸ਼ਰ ਅੱਗੇ ਧੂਪ ਦਿਖਾਵੇ। Hallelujah. Hallelujah. In the Old Testament, this was the routine. This was the thing. ਅਸੀਂ ਪੁਰਾਣੇ ਨਿਯਮ 'ਚ ਜੇ ਪੜਾਂਗੇ ਤੇ ਅਸੀਂ ਉੱਥੇ ਦੇਖਾਂਗੇ ਕਿ ਇਹ ਉਹਨਾਂ ਦਾ ਕੰਮ ਹੁੰਦਾ ਸੀ ਕਿ ਪਰਮੇਸ਼ਰ ਦੇ Of ਭਵਨ 'ਚ course. ਜਾ ਕੇ Now, when Jesus came, it has changed. Hallelujah. We are under the New Testament now. ਪਰ ਹੁਣ ਸਭ ਕੁਝ ਬਦਲ ਗਿਆ ਹੈ, ਅਸੀਂ ਨਵੇਂ ਨਿਯਮ ਦੇ ਵਿੱਚ ਆ ਗਏ ਹਾਂ। So, what happens? ਉੱਥੇ ਕੀ ਹੋਇਆ? And when the time for the burning of incense came, ਤੇ ਜਦੋਂ ਉੱਥੇ ਉਹਦਾ ਧੂਪ ਖਾਣ ਦਾ ਟਾਈਮ ਆਇਆ all the assembled worshippers were praying outside. ਤੇ ਜਿਹੜੇ ਬਾਹਰ ਲੋਕ ਸੀਗੇ ਉਹ ਸਾਰੇ ਮਿਲ ਕੇ ਪ੍ਰਾਰਥਨਾਵਾਂ ਕਰ ਰਹੇ ਸੀ। So he's inside and in the temple area where you have to burn incense, and there are people worshipping the Lord. Things are happening. In verse 11, then the angel of the Lord appeared to him. Hallelujah. ਜਦੋਂ ਉਹ ਧੂਪ ਖਾ ਰਿਹਾ ਸੀ ਤੇ ਲੋਕ ਬਾਹਰ ਪ੍ਰਾਰਥਨਾਵਾਂ ਕਰ ਰਹੇ ਸੀ 11ਵੀਂ ਆਇਤ ਵਿੱਚ ਦੇਖਿਆ ਕਿ ਉੱਥੇ ਇੱਕ ਸਵਰਗਦੂਤ ਆਇਆ। You need to be on duty. Hallelujah. For your angel to come to you. ਤੇ ਤੁਹਾਨੂੰ ਵੀ ਆਪਣੇ ਸਵਰਗਦੂਤਾਂ ਨੂੰ ਬੁਲਾਉਣ ਦੇ ਲਈ ਆਪਣੀ ਜਿਹੜੇ ਕੰਮ ਆ ਉਹਨੂੰ ਪੂਰੀ ਇਮਾਨਦਾਰੀ ਨਾਲ ਕਰਨ ਦੀ ਲੋੜ ਹੈ। If you are not going to be in the right place at the right time, you will miss your blessing. ਤੇ ਜੇ ਤੁਸੀਂ ਸਹੀ ਸਮੇਂ ਤੇ ਆਪਣੇ ਸਮੇਂ ਤੇ ਆਪਣੀ ਜਗ੍ਹਾ ਤੇ ਨਹੀਂ ਹੋਗੇ ਤੇ ਤੁਸੀਂ ਕੁਝ ਖੋ ਦਵੋਗੇ। Hallelujah. ਹਾਲੇਲੂਇਆ। Because the angel of the Lord is waiting to appear to you. ਕਿਉਂਕਿ ਪਰਮੇਸ਼ਰ ਦਾ ਸਵਰਗਦੂਤ ਤੁਹਾਡੀ ਉਡੀਕ ਕਰ ਰਿਹਾ ਕਿ ਤੁਹਾਡੇ ਸਾਹਮਣੇ ਆਵੇ। But the angel of the Lord only will come to you if you are serving God and following God like Zechariah and like Elizabeth. ਤੇ ਸਵਰਗਦੂਤ ਉਦੋਂ ਹੀ ਤੁਹਾਡੇ ਕੋਲ ਆਵੇਗਾ ਜਦੋਂ ਤੁਸੀਂ ਜ਼ਕਰੀਆ ਵਾਂਗੂ ਆਪਣੇ ਕੰਮ ਨੂੰ ਪਰਮੇਸ਼ਰ ਦੇ ਅੱਗੇ ਕਰ ਰਹੇ ਹੋਵੋਗੇ। And then the angel, it says, then the angel of the Lord appeared to him standing at the right side of the altar of incense. ਤੇ ਜਿਹੜਾ ਸਵਰਗਦੂਤ ਸੀ ਉਹ ਸੱਜੇ ਬੰਨੇ ਜਿਹੜਾ ਪਰਮੇਸ਼ਰ ਦੀ ਵੇਦੀ ਸੀ ਉੱਥੇ ਖੜਾ ਸੀ। Of course, the Bible says that he got a little bit fearful because this was like, wow, a heavenly encounter with an angel. ਤੇ ਹੋ ਸਕਦਾ ਹੈ ਕਿ ਉਹ ਜ਼ਕਰੀਆ ਡਰ ਗਿਆ ਹੋਵੇ ਦੇਖ ਕੇ ਸਵਰਗਦੂਤ ਨੂੰ ਸਾਹਮਣੇ ਆਪਣੇ। I'm sure if an angel appeared before us now, we would be a little bit like that as well. I believe. ਮੈਂ ਵਿਸ਼ਵਾਸ ਕਰਦਾ ਕਿ ਜੇ ਇੱਥੇ ਸਵਰਗਦੂਤ ਆ ਜਾਏ ਤਾਂ ਅਸੀਂ ਸਾਰੇ ਡਰ ਜਾਵਾਂਗੇ। But he said, but the angel said to him, do not be afraid, Zechariah. ਇੱਥੇ ਸਵਰਗਦੂਤ ਨੇ ਜ਼ਕਰੀਆ ਨੂੰ ਕਿਹਾ ਨਾ ਡਰ, Your prayer has been heard. ਤੇਰੀਆਂ ਪ੍ਰਾਰਥਨਾਵਾਂ ਸੁਣ ਲਈਆਂ Your ਗਈਆਂ ਨੇ। wife Elizabeth ਤੇਰੀ ਜਿਹੜੀ ਘਰਵਾਲੀ ਐਲਿਸ਼ਾਬੈਥ ਹੈ will bear you a son, ਉਹ ਤੇਰੇ ਲਈ ਇੱਕ ਬੱਚੇ ਨੂੰ ਪੈਦਾ and ਕਰੇਗੀ you are to call him John. ਤੇ ਤੂੰ ਉਹਦਾ ਨਾਮ ਯੂਹੰਨਾ ਰੱਖੀ He will be a joy and delight to you, ਤੇ ਉਹ ਤੇਰੇ ਵਾਸਤੇ ਆਨੰਦ ਦਾ ਕਾਰਨ and ਬਣੇਗਾ many will rejoice because of his birth. ਤੇ ਬਹੁਤ ਸਾਰੇ ਉਹਦੇ ਜਨਮ ਦੇ ਦੌਰਾਨ ਆਨੰਦਿਤ ਹੋਣਗੇ। And Amen. you know, I believe who John the Baptist was. ਤੁਸੀਂ ਮੈਨੂੰ ਵਿਸ਼ਵਾਸ ਹੈ ਕਿ ਜਾਣਦੇ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਕੌਣ ਸੀ। God just did not give them a child or just a son, but God gave them John the Baptist. Hallelujah. ਪਰਮੇਸ਼ਵਰ ਨੇ ਸਿਰਫ ਉਹਨਾਂ ਨੂੰ ਬੱਚਾ ਇੱਕ ਪੁੱਤਰ ਨਹੀਂ ਦਿੱਤਾ ਬਲਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਦਿੱਤਾ। Hallelujah. This was something so dynamic and so powerful in the Word of God. ਤੇ ਇਹ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਬਹੁਤ ਹੀ ਚਮਤਕਾਰੀ ਅਦਭੁਤ ਪਾਵਰਫੁਲ ਗੱਲ ਹੈ। So let us continue to serve Jesus with all our hearts. ਤੇ ਆਓ ਅਸੀਂ ਹੁਣ ਸਾਰੇ ਲਗਾਤਾਰ ਪਰਮੇਸ਼ਵਰ ਦੇ ਕੰਮ ਨੂੰ ਆਪਣੇ ਦਿਲ ਤੋਂ ਕਰਦੇ ਰਹੀਏ। Let us be in the right place serving Jesus all the time. ਤੇ ਆਪਣੀ ਸਹੀ ਜਗ੍ਹਾ ਤੇ ਰਹੀਏ ਹਰ ਵਕਤ ਯਿਸੂ ਦੀ ਸੇਵਾ ਕਰਨ ਦੇ ਲਈ। It doesn't matter sometimes we don't get what we want. ਇਸ ਬਾਰੇ ਬਿਲਕੁਲ ਨਾ ਸੋਚੋ ਕਿ ਅਸੀਂ ਜੋ ਕੁਝ ਮੰਗਦੇ ਹਾਂ ਸਾਨੂੰ ਨਹੀਂ ਮਿਲਦਾ। No tantrums, no harkate. ਇੱਧਰ ਉੱਧਰ ਕੁਝ ਮਤਲਬ ਨਾ ਹਰਕਤਾਂ ਕਰੋ, ਸ਼ਿਕਾਇਤਾਂ ਨਾ ਕਰੋ। Hallelujah. ਹਾਲੇਲੂਇਆ। Because God is waiting
to release a miracle in your life. ਕਿਉਂਕਿ ਪਰਮੇਸ਼ਵਰ ਇੰਤਜ਼ਾਰ ਕਰ ਰਿਹਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਨੂੰ ਭੇਜੇ। And if you are not going to be there, ਜੇ ਤੁਸੀਂ ਉੱਥੇ ਨਹੀਂ ਜਾਓਗੇ you will miss it. ਤੁਸੀਂ ਕੁਝ ਖੋ ਦੋਗੇ। Now today we had a very powerful time in the church. ਤੇ ਅੱਜ ਅਸੀਂ ਚਰਚ ਦੇ ਵਿੱਚ ਬਹੁਤ ਹੀ ਅਦਭੁਤ ਤੇ ਚਮਤਕਾਰੀ ਸਮਾਂ ਬਿਤਾਇਆ। God did so much in the church this morning. ਪਰਮੇਸ਼ਵਰ ਨੇ ਅੱਜ ਸਵੇਰ ਚਰਚ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ। But those who could have come didn't come. They missed it. ਤੇ ਜਿਹੜੇ ਨਹੀਂ ਆਏ ਉਹਨਾਂ ਨੇ ਕੁਝ ਗਵਾ ਲਿਆ। Because when we come to church, God really blesses us. Really blesses us. ਤੇ ਜਦੋਂ ਅਸੀਂ ਪਰਮੇਸ਼ਵਰ ਦੇ ਭਵਨ ਦੇ ਵਿੱਚ ਆਉਂਦੇ ਹਾਂ ਤੇ ਸੱਚਮੁੱਚ ਪਰਮੇਸ਼ਵਰ ਸਾਨੂੰ ਆਸ਼ੀਸ਼ਿਤ ਕਰਦਾ ਹੈ। So make your Sunday coming to church the priority. Pahal. ਤੇ ਐਤਵਾਰ ਨੂੰ ਚਰਚ ਆਉਣਾ ਆਪਣੀ ਪਹਿਲ ਰੱਖੋ ਬਾਕੀ ਕੰਮਾਂ ਤੋਂ। Hallelujah. Hallelujah. Because God is waiting for you to bless you. ਕਿਉਂਕਿ ਪਰਮੇਸ਼ਵਰ ਇੰਤਜ਼ਾਰ ਕਰ ਰਿਹਾ ਕਿ ਤੁਹਾਨੂੰ ਆਸ਼ੀਸ਼ਿਤ ਕਰੇ। Now I do know that some have a problem. They are working and they have got situations. It's out of their control. ਮੈਂ ਜਾਣਦਾ ਹਾਂ ਕਿ ਕੁਝ ਲੋਕਾਂ ਦੇ ਇਹ ਬਸ ਦੇ ਵਿੱਚ ਨਹੀਂ ਹੈ ਕਿ ਉਹ ਐਤਵਾਰ ਨੂੰ ਮਤਲਬ ਕਿ ਕੰਮ ਕਰਦੇ ਨੇ, ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ। But if you can, ਪਰ ਜੇ ਤੁਸੀਂ ਕਰ ਸਕਦੇ ਹੋ do it. ਇਹਨੂੰ ਕਰੋ। And if you can't, ਜੇ ਤੁਸੀਂ ਨਹੀਂ ਕਰ ਸਕਦੇ take that into prayer before God. ਤੇ ਇਹਨਾਂ ਨੂੰ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾਵਾਂ ਵਿੱਚ ਰੱਖੋ। God is so good to you. ਪਰਮੇਸ਼ਵਰ ਬਹੁਤ ਭਲਾ ਹੈ ਤੁਹਾਡੇ ਲਈ। He is trying to organize now twice a month a pickup for you. ਪਰਮੇਸ਼ਵਰ ਤੁਹਾਡੇ ਲਈ ਇੰਤਜ਼ਾਮ ਕਰੇਗਾ ਉਹ ਕੰਮ। दो संडेज को लोगों को पिकअप करने का हमारा मकसद बन रहा है। अभी सिर्फ एक गाड़ी को इस्तेमाल करेंगे। अगर ज्यादा लोग आने का उनका मन होगा तो फिर हम कोशिश करेंगे 2 गाड़ियों को। हम एक्चुअली प्रार्थना कर रहे हैं कि खुदा चर्च के लिए बड़ी वैन देगा। हालेलुया। ये हम प्रार्थना कर रहे हैं कि जब हमारी बड़ी वैन होगी तो फिर हम 10-15 लोगों को पिकअप कर सकते हैं। हालेलुया। तो ये हमारी दुआ है और आप भी आपकी पर्सनल प्रार्थना में प्लीज प्रार्थना करो कि खुदा हमें एक चर्च के लिए बड़ी वैन देगा। तो इसका मतलब ये भी होगा कि 2 संडे पार्लियामेंट के लोगों को पिकअप कर सकते हैं हम एक महीने में, और 2 संडे आप आदिनों के लोगों को पिकअप भी कर सकेंगे 2 संडेज के लिए। हालेलुया। और फिर और गाड़ियों की लोड होगी तो फिर खुदा वो भी देगा। हालेलुया। लिबासों से भी लोगों को लेके आने का है तो फिर और भी ड्राइवर लोगों की लोड होगी। हालेलुया। प्रेज लॉर्ड। तो खुदा सब करेगा। आमेन आमेन आमेन। ये चर्च जो है आपकी चर्च है, ये चमत्कार की चर्च है। आमेन। किराया जो हॉल का होता है देखो से में बहुत महंगा है किराया। इलेक्ट्रिसिटी बिल है, फिर वाईफाई का बिल है, फिर वाटर बिल है, लेकिन खुदा सब जो हमारा जरूरत है वो पूरी कर रहा है। हालेलुया। कभी नहीं पैसा कम हुए कि हमने लैंडलॉर्ड से बात किया कि प्लीज इस मंथ हमारे पास पैसे नहीं है आपको रेंट देने को, कभी नहीं हुआ। अभी कितना साल हो गए हम रेंट कर रहे हैं किराए पे? 3 साल के ऊपर, मोर देन 3 years। सी ना, एक दिन भी ऐसा नहीं हुआ कि उससे विनती किया कि प्लीज रेंट कम करो या इस मंथ रेंट नहीं। कोविड टाइम भी कभी नहीं हमें कुछ कमी नहीं हुई। हालेलुया। कुछ कमी नहीं हुई। हर मंथ रेंट टाइम पे। और हमारी जो बिल्स भी होती है, जो इलेक्ट्रिसिटी बिल्स, वाईफाई बिल, वाटर बिल, वो भी जैसे बिल्स आते हैं हम पे करते हैं, चर्च पे करती है, क्योंकि आप लोग वफादार हैं, दसवन दे रहे हैं, लव ऑफरिंग दसवन लेके आते हैं और लव ऑफरिंग भी देते हैं, तो वही सब इस्तेमाल हम करते हैं खुदा की सेवा करने को। हालेलुया। So God is good and God has a miracle for you। परमेश्वर भला है ते ओदे कोल ਤੁਹਾਡੇ ਲਈ ਚਮਤਕਾਰ ਨੇ। Amen। Amen। And today, what is the miracle that you want? ਤੇ ਅੱਜ ਤੁਹਾਨੂੰ ਕਿਹੜੇ ਚਮਤਕਾਰ ਦੀ ਲੋੜ ਹੈ? What is the miracle that you want? ਕਿਹੜਾ ਚਮਤਕਾਰ ਤੁਹਾਨੂੰ ਚਾਹੀਦਾ ਹੈ? Because God does want to give you a miracle, ਕਿਉਂਕਿ ਪਰਮੇਸ਼ਵਰ ਤੁਹਾਨੂੰ ਤੁਹਾਡਾ ਚਮਤਕਾਰ ਦੇਣ ਜਾ ਰਿਹਾ ਹੈ। but also the important thing is what is in your heart. ਪਰ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਤੁਹਾਡੇ ਦਿਲਾਂ ਦੇ ਵਿੱਚ ਕੀ ਹੈ। Do you just want the miracle or you want Jesus and the miracle together? ਕੀ ਤੁਸੀਂ ਸਿਰਫ ਚਮਤਕਾਰ ਚਾਹੁੰਦੇ ਹੋ ਕਿ ਯਿਸੂ ਮਸੀਹ ਨੂੰ ਵੀ ਚਾਹੁੰਦੇ ਹੋ? And many times God does give a miracle when He does even know our hearts. Many times it happens. ਕਈ ਵਾਰ ਏਦਾਂ ਹੁੰਦਾ ਕਿ ਜਿਹੜੇ ਚਮਤਕਾਰ ਅਸੀਂ ਚਾਹੁੰਦੇ ਹੋ ਨਹੀਂ ਹੁੰਦੇ, And many people get their miracle and they go. ਤੇ ਜਦੋਂ ਉਹਨਾਂ ਨੂੰ ਚਮਤਕਾਰ ਮਿਲ ਜਾਂਦੇ ਨੇ ਉਹ ਚਲੇ ਜਾਂਦੇ ਨੇ। I think yesterday in Athino the preaching was about the 9 lepers. ਕੋੜੀ ਵਾਲੂ। ਕੱਲ ਅਥੀਨੋ ਦੇ ਵਿੱਚ ਜਿਹੜੀ ਸਭਾ ਹੋਈ ਹੈ ਉਹਦੇ ਵਿੱਚ ਇਹੀ ਵਚਨ ਸੀ 10 ਕੋੜੀਆਂ ਦੇ ਬਾਰੇ। 9 of them got the miracle. They went. They didn't come back to say even thank you Jesus. 10 ਜਿਹੜੇ ਕੋੜੀ ਆਏ ਸੀ 9 ਚਲੇ ਗਏ ਤੇ ਇੱਕੋ ਹੀ ਪਰਮੇਸ਼ਰ ਦੇ ਕੋਲ ਵਾਪਸ ਆਇਆ। Hallelujah. ਹਾਲੇਲੂਇਆ। So we have to be like the one.
ਤੇ ਸਾਨੂੰ ਵੀ ਉਹ ਜਿਹੜਾ ਇੱਕ ਕੋੜੀ ਜਿਹਨੂੰ ਚੰਗਿਆਈ ਮਿਲੀ ਸੀ ਉਹਦੇ ਵਾਂਗੂ ਬਣਨਾ ਹੈ। He wanted Jesus. ਉਹਨੂੰ ਯਿਸੂ ਮਸੀਹ ਚਾਹੀਦਾ He ਸੀ wanted to be with Jesus. ਤੇ ਉਹ ਯਿਸੂ ਮਸੀਹ ਨਾਲ ਰਹਿਣਾ He ਚਾਹੁੰਦਾ wanted ਸੀ। to follow Jesus. ਉਹ ਯਿਸੂ ਮਸੀਹ ਦਾ ਪਿੱਛਾ ਕਰਨਾ ਚਾਹੁੰਦਾ ਸੀ। But the others, they got the miracle. They went to do their own thing. ਤੇ ਬਾਕੀ ਜਿਹੜੇ ਸੀਗੇ ਉਹਨਾਂ ਨੇ ਆਪਣਾ ਚਮਤਕਾਰ ਪਾਇਆ ਤੇ ਉਹ ਦੁਨੀਆ ਦੇ ਵਿੱਚ ਚਲੇ ਗਏ। So today you will get your miracle. I believe God will touch you, whether it is healing or a financial breakthrough or something else. God will touch you today. I believe so. ਮੇਰਾ ਵਿਸ਼ਵਾਸ ਹੈ ਕਿ ਅੱਜ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਛੂਏਗਾ। But would you like to be like Zechariah and Elizabeth? ਕੀ ਤੁਸੀਂ ਜ਼ਕਰੀਆ ਵਾਂਗੂ ਬਣਨਾ ਚਾਹੁੰਦੇ ਹੋ? Would you continue to serve the Lord all the days of your life blamelessly? ਕੀ ਤੁਸੀਂ ਆਪਣੀ ਪੂਰੀ ਜ਼ਿੰਦਗੀ ਬਿਨਾਂ ਕਿਸੇ ਸ਼ਿਕਾਇਤ ਤੋਂ ਪਰਮੇਸ਼ਰ ਦੀ ਸੇਵਾ ਕਰਨਾ ਚਾਹੁੰਦੇ ਹੋ? And would you like to be on duty like Zechariah? ਕੀ ਤੁਸੀਂ ਜ਼ਕਰੀਆ ਵਾਂਗੂ ਆਪਣੀ ਜਿਹੜੀ ਪਰਮੇਸ਼ਰ ਦੇ ਅੱਗੇ ਸੇਵਾ ਕਰਨਾ ਚਾਹੁੰਦੇ ਹੋ? Like it says here, he was serving as a priest before God. ਕੀ ਤੁਸੀਂ ਪਰਮੇਸ਼ਰ ਦੇ ਅੱਗੇ ਜਿਹੜਾ ਜਿਵੇਂ ਉਹ ਦੋਨੋਂ ਕਰ ਰਹੇ ਸੀ ਕਿ ਤੁਸੀਂ ਉਦਾਂ ਹੀ ਕਰਨਾ ਚਾਹੁੰਦੇ ਹੋ? Irrespective of the miracle. Irrespective. ਕਿ ਕੋਈ ਅਪੇक्षा ਨਾ ਕਰੋ ਕਿ ਕੋਈ ਚਮਤਕਾਰ ਹੋਊਗਾ। ਇਹ ਅਪੇक्षा ਨਾ ਰੱਖੋ ਕਿ ਕੋਈ ਸਾਡੀ ਜ਼ਿੰਦਗੀ 'ਚ ਚਮਤਕਾਰ ਹੋਊਗਾ। Hallelujah. ਹਾਲੇਲੂਇਆ। So we're